सो बेसिकली समझना ਆਪਾਂ ठीक है कि ਆਪਾਂ MCQs रीडिंग किवें करने क्लियर सही है ਹੁਣ MCQs करने ना देखो दो तरीके ਦੇ MCQ ਹੁੰਦੇ ਇੱਕ ਤੇ ਆਪਣੇ ਕੋਲ ਛੋਟੇ ਛੋਟੇ ਜਿਹੇ MCQs ਹੁੰਦੇ ਉਹ ਆਉਂਦੇ क्लियर ਤੇ ਇੱਕ MCQ ਹੁੰਦੇ ਜਿਹੜੇ ਲੰਬੇ ਲੰਬੇ ਜਿਹੇ ਆਏ ठीक है क्लियर बड़ी सब तो जरूरी चीज ਜਿਹੜੀ ਹੈ ਨਾ ਇਹ ਸਮਝਣ ਵਾਲੀ ਆ ਕਿ ਇੱਕ ਤੇ MCQs ਉਹਨਾਂ ਨੇ ਸਾਰਿਆਂ ਦੀ ਗੱਲ ਕਰਨੀ ਸਾਰੀ ਆਪਸ਼ਨਸ ਥੋੜੀ ਥੋੜੀਆਂ ਮੈਂਸ਼ਨ ਕਰਨੀਆਂ ਹੀ ਜਦੋਂ ਵੀ ਆਪਾਂ MCQs ਕਰਨੇ ਆ ਨਾ अपना सब तो वड्डी चीज पहली ये है कि आप ऑप्शंस नहीं पढ़ने क्लियर है आप सिर्फ क्वेश्चन पढ़ना क्वेश्चन जो आप पढ़ते हैं क्या कि अकॉर्डिंग टू द इंफॉर्मेशन द टेक्स्ट लुकीमिया एंड न्यूमोनिया आप दसना वा लुकीमिया ते न्यूमोनिया बारे की गल कही क्लियर है सो आप पढ़ना शुरू करते हैं देखो सब तो पहला आप पढ़ते हैं ਜਿਹੜੀ भी चीज ਤੁਹਾਨੂੰ दो कॉमास ਦੇ ਵਿਚਕਾਰ ਆ ਜਾਏ ਜਿਵੇਂ ਆ ਅਮੰਗਸਟ ਅਦਰਸ दो कॉमास ਦੇ ਵਿਚਕਾਰ ਆ ਤੁਸੀਂ ਇਹਨੂੰ ਛੱਡ ਕੇ ਜੇ ਪੜੋਗੇ ਨਾ ਤੁਹਾਨੂੰ ਸੈਂਟੈਂਸ ਹਮੇਸ਼ਾ ਜ਼ਿਆਦਾ ਕਲੀਅਰ ਹੋਊਗਾ देखो in addition to being responsible for more than 85% of the deaths of cancer lung cancer कहते 85% of the deaths ਜਿਹੜੀਆਂ lung cancer ਆ ਉਹ ਹੁੰਦੀਆਂ ਵਾ smoking ਕਰਕੇ smoking is associated with cancers of mouth stomach and kidneys कहते 85% of lung cancer ਹੁੰਦਾ ਵਾ smoking ਕਰਕੇ ਤੇ ਇਹਦੇ ਕਰਕੇ stomach kidney ਤੇ mouth ਦਾ ਕੈਂਸਰ ਵੀ ਹੁੰਦਾ ਵਾ and is thought to be cause of 14% of leukemia and cervical cancers ਠੀਕ ਆ ਕਹਿੰਦੇ ਕਿ 14% ਜਿਹੜੀ ਲੁਕੀਮੀਆ ਵਾ ਨਾ ਉਹ ਵੀ ਸਮੋਕਿੰਗ ਕਰਕੇ ਹੁੰਦੀ ਹੈ ਤੇ ਸਰਵਾਈਕਲ ਕੈਂਸਰ ਹੁੰਦੇ ਤੇ ਆਪਣਾ ਆਨਸਰ ਲੁਕੀਮੀਆ ਆ ਗਿਆ ਪਰ ਹਲੇ ਤੱਕ ਨਿਊਮੋਨੀਆ ਨਹੀਂ ਹੈ ਕਹਿੰਦੇ ਆ 14% ਆਫ ਦ ਕੈਂਸਰ ਆਫ ਦ ਲੁਕੀਮੀਆ ਇਜ਼ ਕਾਜ਼ਡ ਬਾਈ ਸਮੋਕਿੰਗ ਇਸ ਸੈਂਟੈਂਸ ਤੇ ਆ ਗੱਲ ਕੀਤੀ ਅੱਗੇ ਪੜ੍ਹਦੇ ਹਾਂ ਇਨ 1990 ਸਮੋਕਿੰਗ ਕਾਜ਼ਡ ਮੋਰ ਦੈਨ 84000 ਡੈਥਸ 84000 ਡੈਥਸ ਹੋਈਆਂ ਕਿੰਨੇ ਕਰਕੇ ਸਮੋਕਿੰਗ ਕਰਕੇ ਤੇ ਇਹਦੇ ਕਰਕੇ ਪ੍ਰੋਬਲਮਸ ਹੋਈਆਂ ਜਿਵੇਂ ਕਿ ਨਿਊਮੋਨੀਆ ਬ੍ਰੰਕਾਈਟਿਸ ਤੇ ਇਨਫਲੂਐਂਜ਼ਾ ਤੇ ਸਮੋਕਿੰਗ ਕਰਕੇ ਹੀ ਪ੍ਰੋਬਲਮ ਹੋਈਆਂ ਜਿਵੇਂ ਕਿ ਨਿਊਮੋਨੀਆ ਬ੍ਰੰਕਾਈਟਿਸ ਤੇ ਇਨਫਲੂਐਂਜ਼ਾ ਹੁਣ ਆਪਾਂ ਦੱਸਣਾ ਵਾ ਕਿਹੜੀ ਚੀਜ਼ ਹੈ ਜਿਹੜੀ ਨਿਊਮੋਨੀਆ ਤੇ ਲੁਕੀਮੀਆ ਦੋਨਾਂ ਉੱਤੇ ਲਾਗੂ ਹੁੰਦੀ ਹੈ ਕਿ 84000 ਡੈਥਸ ਹੋਈਆਂ ਇਹਨਾਂ ਦੋਨਾਂ ਬਿਮਾਰੀਆਂ ਕਰਕੇ ਲਿਖਿਆ ਵਾ ਸਮੋਕਿੰਗ ਕਰਕੇ ਹੋਈਆਂ ਵਾ ਪਰ ਇਹਨਾਂ ਦੋਨਾਂ ਕਰਕੇ ਹੋਈਆਂ ਵਾ ਇਹ ਨਹੀਂ ਲਿਖਿਆ ਦੇ ਆਰ ਲਿੰਕਡ ਟੂ ਸਮੋਕਿੰਗ ਇਹ ਹੋ ਸਕਦਾ ਵਾ ਨਾ ਲੁਕੀਮੀਆ ਵੀ ਸਮੋਕਿੰਗ ਕਰਕੇ ਇੱਥੇ ਵੀ ਰਿਜ਼ਲਟਿੰਗ ਇਨ ਲੁਕੀਮੀਆ ਇਹ ਵੀ ਸਮੋਕਿੰਗ ਕਰਕੇ ਨਿਊਮੋਨੀਆ ਆਰ ਸਟਰੋਂਗਲੀ ਲਿੰਕ ਟੂ ਲੰਗ ਕੈਂਸਰ ਇਹ ਲੰਗ ਕੈਂਸਰ ਦੇ ਨਾਲ ਲਿੰਕਡ ਹੈ ਦੋਨੋਂ ਬਿਮਾਰੀਆਂ ਇਹਨਾਂ ਦੋਨੋਂ ਲੰਗ ਕੈਂਸਰ ਨਾਲ ਲਿੰਕ ਕੀਤਾ ਲੰਗ ਕੈਂਸਰ ਉਹ ਉੱਪਰ ਲਿਖਿਆ ਦੋਨਾਂ ਦਾ ਕੋਈ ਲਿੰਕ ਹੈਗਾ ਲੰਗ ਕੈਂਸਰ ਦੇ ਨਾਲ ਨਹੀਂ ਹੈਗਾ ਰਿਜ਼ਲਟਸ 30% ਆਫ ਡੈਥਸ ਪਰ ਈਅਰ ਹਰ ਸਾਲ 30% ਡੈਥ ਹੋ ਜਾਂਦੀ ਹੈ ਇਹਨਾਂ ਦੋਨਾਂ ਬਿਮਾਰੀਆਂ ਕਰਕੇ ਲਿਖਿਆ ਨਹੀਂ ਲਿਖਿਆ ਨਾ ਤੇ ਆਪਣਾ ਆਨਸਰ ਕੀ ਹੋਣਾ ਚਾਹੀਦਾ ਬੀ ਹੋਣਾ ਚਾਹੀਦਾ ਤੁਸੀਂ ਜਦੋਂ MCQs ਕਰਨੇ ਆ ਨਾ ਤੁਸੀਂ ਸਹੀ ਆਨਸਰ ਨਹੀਂ ਲੱਭਣਾ ਤੁਸੀਂ ਵੇਖਣਾ ਕਿਹੜਾ ਕਿਹੜਾ ਨਹੀਂ ਹੈਗਾ ਪਹਿਲਾਂ ਤਾਂ ਮੈਂ ਉਹ ਕੱਢਾਂ ਜਿਹੜਾ ਨਹੀਂ ਹੈਗਾ ਪਹਿਲਾਂ ਉਹ ਕੱਢ ਦਈਏ ਤੇ ਜੋ ਆਪਣੇ ਕੋਲ ਜੇ ਚਾਰ ਆਪਸ਼ਨ ਆ ਨਾ ਉਹਦੇ ਚੋਂ ਦੋ ਇਹੋ ਜਿਹੇ ਹੋਗੇ ਜਿਹੜੇ ਹੈ ਹੀ ਨਹੀਂ ਤੇ ਫਿਰ ਤੁਸੀਂ ਜਿਹੜੇ ਬਚੇ ਦੋ ਆ ਉਹਨਾਂ ਚੋਂ ਲਗਾਣਾ ਕਿ ਫਿਰ ਆਨਸਰ ਕੀ ਸਮਝ ਆਈਏ ਆਹ ਕੁਐਸਚਨ ਦੇਖੋ ਹੁਣ ਕੁਐਸਚਨ ਕੀ ਆ ਆਪਸ਼ਨਸ ਪੜ੍ਹਨੇ ਕਿ ਨਹੀਂ ਪੜ੍ਹਨੇ ਨਹੀਂ ਪੜ੍ਹਨੇ ਆਪਾਂ ਆਪਸ਼ਨ ਆ ਪੜ੍ਹਨੇ ਅਕੋਰਡਿੰਗ ਟੂ ਦ ਇਨਫੋਰਮੇਸ਼ਨ ਦ ਟੈਕਸਟ ਇਨਟੇਕ ਆਫ ਮੋਨੋਆਕਸਾਈਡ ਦੀ ਇਨਟੇਕ ਦੇ ਨਾਲ ਕੀ ਹੁੰਦਾ ਠੀਕ ਹੈ ਮੈਂ ਇੱਕ ਹੋਰ ਟ੍ਰਿਕ ਤੁਹਾਨੂੰ ਦੱਸਦਾ ਹਾਂ ਕੀ ਕਰੀਦਾ ਵਾ ਦੋ ਕੁਐਸਚਨ ਪੜ੍ਹ ਲਈਦੇ ਜਿਵੇਂ ਅਗਲਾ ਕੁਐਸਚਨ ਆਪਣਾ ਹੈਗਾ ਵਾ ਇਨਟੇਕ ਆਫ ਨਿਕੋਟਿਨ ਐਨਕਰੇਜਸ ਜਿੱਥੇ ਨਿਕੋਟਿਨ ਦੀ ਗੱਲ ਆ ਗਈ ਉੱਥੇ ਮਤਲਬ ਆਪਣਾ ਆਨਸਰ ਨਿਕਲ ਗਿਆ ਹਮੇਸ਼ਾ ਦੋ ਕੁਐਸਚਨ ਪੜ੍ਹ ਲਓ ਜਿੱਥੇ ਨਿਕੋਟਿਨ ਦੀ ਗੱਲ ਆ ਗਈ ਮਤਲਬ ਮੇਰਾ ਆਨਸਰ ਪਿੱਛੇ ਨਿਕਲ ਗਿਆ ਵਾ ਤੁਹਾਨੂੰ ਇਹ ਹੋ ਜੂਗਾ ਕਿ ਹਾਂ ਮੈਂ ਕਦੋਂ ਸਕਿਪ ਕਰ ਆਇਆ ਕਿਤੇ ਨਾ ਕਿਤੇ ਠੀਕ ਹੈ ਆਪਾਂ ਵੇਖਣਾ ਵਾ ਮੋਨੋਆਕਸਾਈਡ ਦੀ ਇਨਟੇਕ ਤੇ ਆਪਾਂ ਵੇਖਦੇ ਆ ਜੇ ਧਿਆਨ ਦਈਏ ਨਿਕੋਟਿਨ ਇੱਥੇ ਆ ਗਿਆ ਇਹਦਾ ਮਤਲਬ ਆਪਣਾ ਆਨਸਰ ਉੱਪਰ ਕਿਤੇ ਹੋਊਗਾ ਤੇ ਆਪਾਂ ਵੇਖਦੇ ਕਾਰਬਨ ਮੋਨੋਆਕਸਾਈਡ ਇੱਥੇ ਹੋਊਗਾ ਕਲੀਅਰ ਸਹੀ ਹੈ ਨਾ ਇਹਨਾਂ ਨੂੰ ਪੈਦਾ ਵਾ ਕੀਵਰਡਸ ਕਿ ਜਿੱਥੇ ਨਿਕੋਟਿਨ ਦੀ ਗੱਲ ਆ ਗਈ ਹੁਣ ਕਈ ਜਣੇ ਕਹਿੰਦੇ ਕੀਵਰਡਸ ਉਹ ਹੁੰਦੇ ਜਿਹੜੇ ਕਿ ਕਦੀ ਬਦਲਦੇ ਨਹੀਂ ਠੀਕ ਆ ਇਸ ਤਰ੍ਹਾਂ ਵੀ ਹੁੰਦਾ ਵਾ ਪਰ ਜ਼ਰੂਰੀ ਨਹੀਂ ਹੈ ਕਿ ਇਸ ਤਰ੍ਹਾਂ ਹੀ ਹੋਵੇ ਕੀਵਰਡ ਹੁੰਦਾ ਜਿਹਦੇ ਅਰਾਊਂਡ ਆਪਣਾ ਆਨਸਰ ਸੇ ਹੋਵੇ ਜਿਵੇਂ ਆਪਣਾ ਆਨਸਰ ਕਾਰਬਨ ਮੋਨੋਆਕਸਾਈਡ ਦੇ ਅਰਾਊਂਡ ਹੈ ਠੀਕ ਆ ਕਲੀਅਰ ਓਕੇ ਸੋ ਦੇਖਿਓ ਇਨਟੇਕ ਆਫ ਕਾਰਬਨ ਮੋਨੋਆਕਸਾਈਡ ਆਪਣੇ ਕੋਲ ਆ ਗਿਆ ਠੀਕ ਹੈ ਉਹਦੇ ਨਾਲ ਕੀ ਹੁੰਦਾ ਵਾ ਆਪਾਂ ਇਹ ਵੇਖਣਾ ਬਸ ਸੋ ਵੇਖੋ ਇਹਨੂੰ ਪੜ੍ਹਦੇ ਇਨ ਦ ਰਿਪੋਰਟ emphasizes that cancer is not caused by single element in cigarette smoke ਕਿ ਕੱਲੇ ਇੱਕ ਐਲੀਮੈਂਟ ਤੋਂ ਸਿਗਰਟ ਸਮੋਕਿੰਗ ਦੇ ਕਰਕੇ ਨਹੀਂ ਹੁੰਦਾ ਹਾਰਮਫੁਲ ਇਫੈਕਟ ਆਫ ਹੈਲਥ ਆਰ ਕਾਜ਼ਡ ਬਾਈ ਮੈਨੀ ਕੰਪੋਨੈਂਟਸ ਕਾਫੀ ਕੰਪੋਨੈਂਟਸ ਕਰਕੇ ਹੈਲਥ ਇਫੈਕਟ ਹੁੰਦੇ ਹੁਣ ਆਪਣਾ ਆਨਸਰ ਆਊਗਾ ਕਾਰਬਨ ਮੋਨੋਆਕਸਾਈਡ ਇਹਨੂੰ ਛੱਡ ਦੋ carbon monoxide competes with oxygen in red blood cells
and interferes with blood's ability to deliver life giving oxygen to heart। ਇਹਨੂੰ ਦੋ ਹਿੱਸਿਆਂ 'ਚ ਤੋੜ ਲਓ, ਜੇ ਕੁਐਸਚਨ ਸਮਝਣਾ ਨਹੀਂ ਨਾ ਆਉਂਦਾ ਤੇ ਵੇਖੋ ਕਨੈਕਟਰ ਕਿੱਥੇ ਲਗਾਇਆ ਵਾ, ਐਂਡ ਲਗਾਇਆ ਨਾ, ਇਹਨੂੰ ਦੋ ਹਿੱਸਿਆਂ ਤੋੜ ਲਓ। ਪਹਿਲਾ ਸੈਂਟੈਂਸ ਕੀ ਕਹਿੰਦਾ ਵਾ ਕਿ ਉਹ ਆਕਸੀਜਨ ਦੇ ਨਾਲ ਕੰਪੀਟ ਕਰਦੀ ਹੈ ਕਿਹਦੇ ਨਾਲ, ਆਕਸੀਜਨ ਦੇ ਨਾਲ। ਤੇ ਦੂਸਰੇ 'ਚ ਕੀ ਆ, ਇੰਟਰਫੇਅਰ ਕਰਦੀ ਹੈ ਬਲੱਡ ਦੀ ਅਬਿਲਿਟੀ ਦੇ ਨਾਲ ਆਕਸੀਜਨ ਨੂੰ ਡਿਲੀਵਰ ਕਰਨ ਦੀ। ਹੁਣ ਆਂਸਰ ਲਗਾਣੇ ਆਪਾਂ, ਇਨਹਿਬਿਟਸ मतलब रोकना, इनहिबिट्स फ्लो ऑफ ऑक्सीजन टू द हार्ट। हो सकता है आंसर ਆਪਾਂ ਪੱਕਾ ਨਹੀਂ ਲਗਾਉਂਦੇ ਪਹਿਲੇ, ਪਰ ਚਲੋ ਹੋ ਤੇ ਸਕਦਾ ਹੈ ਕਿਉਂਕਿ ਆਕਸੀਜਨ ਦੀ ਗੱਲ ਵੀ ਕੀਤੀ ਹੈ, ਹਾਰਟ ਦੀ ਗੱਲ ਵੀ ਕੀਤੀ ਹੈ, ਫਲੋ ਦੀ ਗੱਲ ਵੀ ਕੀਤੀ। ਕਲੀਅਰ ਹੈ ਨਾ, ਲਿਖਿਆ ਨਾ ਡਿਲੀਵਰ ਲਾਈਫ। ਅੱਗੇ ਦੇਖੋ, ਇਨਕਰੀਜ਼ਸ ਅਬਜ਼ੌਰਪਸ਼ਨ ਆਫ, ਅਬਜ਼ੌਰਪਸ਼ਨ ਨੂੰ ਵਧਾ ਦਿੰਦੀ ਹੈ, ਕਿਤੇ ਵੀ ਅਬਜ਼ੌਰਪਸ਼ਨ ਵਧਾਉਣ ਦੀ ਗੱਲ ਕੀਤੀ ਸੋ ਤੁਹਾਨੂੰ ਪਤਾ ਬੀ ਤੇ ਨਹੀਂ ਹੈਗਾ। ਇਨਹਿਬਿਟਸ ਰੈੱਡ ਬਲੱਡ ਸੈੱਲ ਫਾਰਮੇਸ਼ਨ, ਰੈੱਡ ਬਲੱਡ ਸੈੱਲ ਦੀ ਗੱਲ ਕੀਤੀ, ਉਹਨਾਂ ਨੂੰ ਬਣਨ ਤੋਂ ਰੋਕਦੀ ਹੈ। ਪਹਿਲਾਂ ਆਪਾਂ ਰੈੱਡ ਬਲੱਡ ਸੈੱਲ ਦੀ ਗੱਲ ਕੀਤੀ, ਚਲੋ ਮੰਨ ਲਓ ਆਨਸਰ ਵੀ ਹੈਗਾ, ਮੰਨ ਲਓ। ਪ੍ਰਮੋਟਸ ਨਿਕੋਟਿਨ ਅਬਜ਼ੌਰਪਸ਼ਨ, ਨਹੀਂ ਨਿਕੋਟਿਨ ਅਬਜ਼ੌਰਪਸ਼ਨ ਦੀ ਗੱਲ ਹੱਲੇ ਨਹੀਂ ਕੀਤੀ, ਅਗਲੇ ਕੁਐਸਚਨ ਚ ਆਣਾ, ਠੀਕ ਹੈ। ਸੋ ਆ ਵੀ ਨਹੀਂ। ਸੋ ਹੁਣ ਆਪਾਂ ਵੇਖਣਾ ਵਾ ਉਹ ਆਕਸੀਜਨ ਦੇ ਫਲੋ ਨੂੰ ਰੋਕਦੀ ਆ ਕਿ ਬਲੱਡ ਸੈੱਲ ਦੀ ਫਾਰਮੇਸ਼ਨ ਨੂੰ ਰੋਕਦੀ ਹੈ। ਦੇਖੋ ਇਹਨੂੰ ਕਿਤੇ ਬਲੱਡ ਸੈੱਲ ਫਾਰਮੇਸ਼ਨ ਲਿਖਿਆ ਵਾ ਕਿਤੇ ਵੀ ਨਹੀਂ ਲਿਖਿਆ ਨਾ, ਤੇ ਆਪਣਾ ਆਨਸਰ ਕੀ ਹੋ ਜਾਊਗਾ ਫਿਰ? ਇਹ ਸਹੀ ਆਨਸਰ ਨਹੀਂ ਲੱਭਣਾ, ਕੀ ਕਰਨਾ ਵਾ, ਗਲਤ ਆਨਸਰ ਨੂੰ ਬਾਹਰ ਕੱਢ ਦੇਣਾ। ਆ ਕੁਐਸਚਨ ਦੇਖੋ ਹੁਣ, ਇਨਟੇਕ ਆਫ ਨਿਕੋਟਿਨ ਇਨਕਰੇਜਸ, ਨਿਕੋਟਿਨ ਦਾ ਇਨਟੇਕ ਕਿਹੜੀ ਚੀਜ਼ ਨੂੰ ਇਨਕਰੇਜ ਕਰਦਾ ਵਾ? ਨਿਕੋਟਿਨ ਐਂਡ ਅਦਰ ਟੌਕਸਿਨ ਇਨ ਸਿਗਰਟ ਸਮੋਕ ਐਕਟੀਵੇਟ ਸਮਾਲ ਬਲੱਡ ਸੈਲਸ, ਠੀਕ ਆ, ਕਾਲਡ ਪਲੇਟਲੇਟਸ, ਠੀਕ ਆ, ਉਹ ਸਮਾਲ ਬਲੱਡ ਸੈਲਸ ਨੂੰ ਐਕਟੀਵੇਟ ਕਰ ਦਿੰਦੇ ਆ, which increases likelihood of blood clots, ਜਿਹਦੇ ਕਰਕੇ ਬਲੱਡ ਕਲੌਟਸ ਦੀ ਲਾਈਕਲੀਹੁਡ ਵੱਧ ਜਾਂਦੀ ਹੈ, thereby affecting blood circulation throughout the body। ਇਹਦੇ ਨਾਲ ਬਲੱਡ ਸਰਕੂਲੇਸ਼ਨ ਉੱਤੇ ਅਸਰ ਪੈਂਦਾ। ਵੇਖੋ ਹੁਣ ਬਲੱਡ ਸਰਕੂਲੇਸ਼ਨ ਉੱਤੇ ਨੂੰ ਇਨਕਰੇਜ ਕਰਦੀ, ਹੋ ਸਕਦਾ ਆਨਸਰ? ਬਲੱਡ ਸਰਕੂਲੇਸ਼ਨ ਲਿਖਿਆ ਹੋਣਾ ਸਾਫ ਸਾਫ, ਹੋ ਹੀ ਸਕਦਾ ਆਨਸਰ। ਸੋ ਆਪਾਂ ਸਰਕਲ ਲਗਾ ਦਿੰਦੇ ਕੋਈ ਨਾ। ਐਕਟੀਵਿਟੀ ਆਫ ਅਦਰ ਟੌਕਸਿਨਸ, ਨਹੀਂ ਨਾ। ਫਾਰਮੇਸ਼ਨ ਆਫ ਬਲੱਡ ਕਲੌਟਸ ਦੀ ਗੱਲ ਵੀ ਕੀਤੀ, ਸੋ ਆਪਾਂ ਇਹਨੂੰ ਵੀ ਸਰਕਲ ਲਗਾ ਲੈਂਦੇ। ਇੰਕਰੀਜ਼ ਇਨ ਪਲੇਟਲੇਟਸ ਆਫ ਦ ਬਲੱਡ, ਇਹਦੀ ਗੱਲ ਵੀ ਕੀਤੀ। ਹੁਣ ਕੀ ਕਰੀਏ, ਇੱਥੇ ਤੇ ਤਿੰਨਾਂ ਦੀ ਗੱਲ ਕੀਤੀ। ਆਪਾਂ ਜਿਹੜੀ ਚੀਜ਼ ਨੂੰ ਧਿਆਨ 'ਚ ਨਹੀਂ ਦਿੰਦੇ ਪਏ, ਆਪਾਂ ਵੇਖਣਾ ਵਾ ਕਿ ਉਹ ਕਿਹੜੀ ਚੀਜ਼ ਨੂੰ ਵਧਾਉਂਦੀ ਆ, ਇਨਕਰੇਜ ਕਰਦੀ ਹੈ। ਤੇ ਹੁਣ ਵੇਖੋ ਤੁਸੀਂ ਕਿ ਸਮਾਲ ਬਲੱਡ ਸੈਲਸ ਨੂੰ ਕੀ ਕਰਦੀ ਪਈ ਆ, ਐਕਟੀਵੇਟ ਕਰਦੀ ਪਈ। ਰੁਕੋ, ਬਲੱਡ ਕਲੌਟਸ ਨੂੰ ਕੀ ਕਰਦੀ ਪਈ ਆ, ਇੰਕਰੀਜ਼ ਕਰਦੀ ਪਈ ਹੈ, ਤੇ ਬਲੱਡ ਸਰਕੂਲੇਸ਼ਨ ਨੂੰ ਕੀ ਕਰਦੀ ਪਈ ਆ, ਤੇ ਆਪਣਾ ਆਨਸਰ ਕੀ ਹੋਣਾ ਚਾਹੀਦਾ? ਇੰਕਰੀਜ਼ ਵਾਲਾ ਨਾ, ਤੇ ਆਨਸਰ ਕੀ ਹੋਊਗਾ ਫਿਰ ਆਪਣਾ? ਬਲੱਡ ਕਲੌਟਸ। ਸੋ ਸਿਰਫ ਜਿਹੜੇ ਵਰਡਸ ਵਾ ਜਿਨ੍ਹਾਂ ਨੂੰ ਆਪਾਂ ਕੀ ਵਰਡਸ ਕਹਿੰਦੇ ਆ, ਸਿਰਫ ਉਹੀ ਮੈਟਰ ਨਹੀਂ ਕਰਦੇ। ਮੈਟਰ ਇਹ ਕਰਦਾ ਵਾ ਕਿ ਕੁਐਸਚਨ 'ਚ ਕਿਆ ਕੀ ਹੈ ਕਿ ਇਨਕਰੇਜ ਕਰਦੀ ਆ। ਆਪਾਂ ਲੱਭਣਾ ਇਨਕਰੇਜ ਕਿਹੜੀ ਚੀਜ਼ ਹੋ ਰਹੀ ਆ, ਵੱਧ ਕਿਹੜੀ ਚੀਜ਼ ਰਹੀ ਹੈ, ਉਹਨੂੰ ਐਕਟੀਵੇਟ ਕਰ ਰਹੀ ਹੈ, ਇਹਨੂੰ ਅਫੈਕਟ ਕਰ ਰਹੀ ਹੈ, ਤੇ ਇੱਥੇ ਸਾਫ਼-ਸਾਫ਼ ਲਿਖਿਆ ਇੰਕਰੀਜ਼। ਹੁਣ ਆਪਾਂ ਐਕਟੀਵੇਟ ਨੂੰ ਵੀ ਇੰਕਰੀਜ਼ ਮੰਨ ਕੇ ਚੱਲ ਸਕਦੇ ਹਾਂ, ਪਰ ਮੰਨ ਕੇ ਚੱਲਾਂਗੇ ਜੋ ਸਾਫ਼-ਸਾਫ਼ ਇੰਕਰੀਜ਼ ਲਿਖ ਹੀ ਦਿੱਤਾ ਅਗਲੇ ਨੇ, ਆਪਾਂ ਅੱਗੇ ਮਲਬੋਸਾ ਪਾਣਾ ਕਿ ਐਕਟੀਵੇਟ ਵੀ ਤੇ ਇੰਕਰੀਜ਼ ਹੋ ਸਕਦਾ। ਸਹੀ ਹੈ, ਇੰਨਾ ਦਿਮਾਗ ਨਹੀਂ ਚਲਾਣਾ। ਜੇ ਸਾਫ਼ ਇੰਕਰੀਜ਼ ਲਿਖਿਆ ਤੇ ਆਨਸਰ ਕੀ ਹੋਊਗਾ? ਬਲੱਡ ਕਲੌਟਸ। ਰੀਡਿੰਗ ਜਿਹੜਾ ਵਾ ਨਾ, ਇੱਕ ਬੇਵਕੂਫ ਇਨਸਾਨ ਦਾ ਮੋਡਿਊਲ ਹੈ। ਜਿਹੜਾ ਇਨਸਾਨ ਬੇਵਕੂਫ ਹੋਊਗਾ ਨਾ, ਉਹਦੇ ਰੀਡਿੰਗ 'ਚੋਂ ਸਭ ਤੋਂ ਜ਼ਿਆਦਾ ਮਾਰਕਸ ਆਉਗੇ। ਮੇਰੇ 8.5 ਆਏ, ਠੀਕ ਹੈ, ਕਲੀਅਰ ਹੈ, ਕਿਉਂਕਿ ਇਹਦੇ 'ਚ ਨਾ ਸੋਚਣ ਦੀ ਲੋੜ ਨਹੀਂ ਹੁੰਦੀ, ਇਹਦੇ 'ਚ ਥਿੰਕਿੰਗ ਨਹੀਂ ਕਰਨੀ। ਤੁਸੀਂ ਜਿੰਨਾ ਸੋਚੋਗੇ ਨਾ, ਜਿਵੇਂ ਮੰਨ ਲਓ ਕਿ ਜੇ ਕੋਈ ਨਰਸ ਵਾ ਜਾਂ ਕੋਈ ਡਾਕਟਰ ਆ, ਉਹਨੂੰ ਮੈਡੀਕਲ ਨਾਲ ਰਿਲੇਟਡ ਪ੍ਰੋਫੈਸ਼ਨ ਆ ਜਾਊ, ਮੈਡੀਕਲ ਨਾਲ ਰਿਲੇਟਡ ਰੀਡਿੰਗ ਆ ਜਾਊਗੀ ਨਾ, ਤੇ ਸਟੂਡੈਂਟਸ ਨੂੰ ਲੱਗਦਾ ਕਿ ਯਾਰ ਨਰਸ ਤੇ ਬੜੇ ਮਾਰਕਸ ਸਕੋਰ ਕਰੂਗੀ, ਨਰਸ ਘੱਟ ਮਾਰਕਸ ਸਕੋਰ ਕਰੂਗੀ। ਕਿਉਂ? ਕਿਉਂਕਿ ਉਹਨਾਂ ਨੂੰ ਨੌਲੇਜ ਉਸ ਚੀਜ਼ ਬਾਰੇ ਪ੍ਰੋਪਰ। ਤੇ ਉਹ ਕੀ ਕਰਦੇ ਫਿਰ ਆਪਣੇ ਵੱਲੋਂ ਅੰਦਾਜ਼ਾ ਲਗਾਉਣ ਲੱਗ ਪੈਂਦੇ ਕਿ ਇਦਾਂ ਵੀ ਤੇ ਹੋ ਸਕਦਾ ਵਾ, ਇਦਾਂ ਵੀ ਤੇ ਹੋ ਸਕਦਾ ਵਾ। ਹੋ ਸਕਦਾ ਨਹੀਂ ਵੇਖਣਾ, ਲਿਖਿਆ ਵੇਖਣਾ। ਕਲੀਅਰ ਆ? ਓਕੇ। ਸੋ ਜਿੰਨਾ ਤੁਸੀਂ ਸੋਚੋਗੇ ਨਾ ਇਦਾਂ ਵੀ ਤੇ ਹੋ ਸਕਦਾ ਵਾ, ਹਾਂ ਕਦੀ ਕਦੀ ਰੀਡਿੰਗ ਇਹੋ ਜਿਹੀ ਆਉਂਦੀ ਜਿਹਦੇ 'ਚ ਪਤਾ ਕਰਨਾ ਪੈਂਦਾ ਕਿ ਇਦਾਂ ਹੋ ਸਕਦਾ ਕਿ ਨਹੀਂ ਹੋ ਸਕਦਾ, ਪਰ 95% ਆਫ ਦ ਰੀਡਿੰਗ ਸਾਫ਼-ਸਾਫ਼ ਹੁੰਦੀ। ਕਲੀਅਰ ਆ? ਬਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਕੀ ਲੱਭਦੇ ਪਏ। ਜੇ ਤੁਸੀਂ ਇਹਨੂੰ ਪੜ੍ਹ ਕੇ ਜਾਓਗੇ ਤਾਂ ਤੁਸੀਂ ਕਨਫਿਊਜ਼ ਹੋਵੋਗੇ, ਕਿਉਂਕਿ ਚਾਰੋਂ ਹੀ ਗੱਲਾਂ, ਟੌਕਸਿਨਸ ਵੀ ਲਿਖਤਾ, ਆ ਵੀ ਲਿਖਤਾ, ਆ ਵੀ ਲਿਖਤਾ, ਤੇ ਪਕਦੇ ਯਾਰ ਆਨਸਰ ਹੀ ਨਹੀਂ ਲੱਭਦਾ ਪਿਆ। ਇਸ ਕਰਕੇ ਆਪਾਂ ਸਿਰਫ ਇਹੀ ਪੜ੍ਹ ਜਾਂਦੇ ਕਿ ਉਹ ਕਿਹੜੀ ਚੀਜ਼ ਨੂੰ ਇਨਕਰੇਜ ਕਰਦੀ ਹੈ। ਆਪਾਂ ਲੱਭਣਾ ਕੀ ਹੈ? ਇੰਕਰੀਜ਼ ਵਰਡ ਲੱਭਣਾ ਬਸ। ਆਪਾਂ ਨੂੰ ਇੰਕਰੀਜ਼ ਵਰਡ ਲੱਭਿਆ, ਉਹਦੇ ਨਾਲ ਲਿਖਿਆ ਬਲੱਡ ਕਲੌਟਸ, ਤੇ ਆਪਾਂ ਆਨਸਰ ਕੀ ਲਗਾਵਾਂਗੇ? ਬਲੱਡ ਕਲੌਟਸ। ਸਹੀ ਹੈ। ਆਪਾਂ ਲੱਭਣੇ ਹੈ ਕਿ ਨਿਕੋਟੀਨ ਦੀ ਗੱਲ ਤੇ ਇੰਕਰੀਜ਼ ਦੀ ਗੱਲ ਇੱਕ ਸੈਂਟੈਂਸ 'ਚ ਆ ਜੇ, ਤੇ ਉਹਨੇ ਜੋ ਇੰਕਰੀਜ਼ ਕੀਤਾ ਉਹ ਲੱਭ ਗਿਆ, ਆਨਸਰ ਲਗਾਤਾ। ਈਜ਼ੀ ਹੈ ਨਾ ਐਮਸੀਕਿਊਜ਼?
थोड़ा डिफिकल्ट कर दी क्वेश्चंस नु, ठीक है। हुण देखो अपना इत्थे की आ गया, रिसर्च कंप्लीटेड इन 1982 फाउंड दैट इन यूनाइटेड स्टेट्स सॉइल इरोजन। आप ऑप्शंस नहीं पढ़ने, वेरी गुड, इन्हां तो छड्ड देना। ਆਪਾਂ ਵੇਖਣਾ 1982 ਦੇ ਵਿੱਚ ਜਿਹੜੀ ਸੋਇਲ ਇਰੋਜਨ ਵਾ ਯੂਨਾਈਟਿਡ ਸਟੇਟਸ ਉਹਦਾ ਕੀ ਹਿਸਾਬ ਕਿਤਾਬ ਹੋਇਆ, ਤੇ ਆਪਾਂ ਨੂੰ ਦੇਖੋ 1982 ਇੱਥੇ ਲੱਭ ਗਿਆ, ਕਲੀਅਰ ਆ। ਇੱਥੇ ਯੂਨਾਈਟਿਡ ਸਟੇਟਸ ਵੀ ਲੱਭ ਗਿਆ, ਕਲੀਅਰ ਆ। ਸੋ ਆਪਾਂ ਪੜ੍ਹਦੇ The United States, where the most careful measures have been done, discovered that in 1982, ਹੁਣ ਆਪਾਂ ਕਹਾਂਗੇ ਸਰ ਸੋਇਲ ਇਰੋਜਨ ਦੀ ਗੱਲ ਤੇ ਕੀਤੀ ਨਹੀਂ, ਸੋਇਲ ਇਰੋਜਨ ਦੀ ਗੱਲ ਹੀ ਚੱਲਦੀ, ਠੀਕ ਹੈ, that about 1/5 of its farmland is losing, ਉਹ as ਨਹੀਂ ਜੇ is ਜੇ ਕਹਿੰਦੇ 1/5 ਜਿਹੜੀ ਉਹਦੀ ਫਾਰਮਲੈਂਡ ਆ ਉਹ ਟੌਪ ਸੋਇਲ ਲੂਜ਼ ਕਰਦੀ ਪਈ ਆ ਇਸ ਤਰੀਕੇ ਨਾਲ ਕਿ ਸੋਇਲ ਦੀ ਪ੍ਰੋਡਕਟਿਵਿਟੀ ਘਟ ਜੂ, ਠੀਕ ਆ। ਅੱਗੇ ਵੀ ਥੋੜਾ ਪੜ ਲੈਨੇ ਆ। The country subsequently embarked upon a program to convert 11% of its crop to meadow forest। ਕਹਿੰਦੇ ਇਹਦੇ ਕਰਕੇ ਕੰਪਨੀ ਨੇ ਕੀ ਕੀਤਾ ਕਿ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਕਿ ਆਪਣੀ ਫੋਰੈਸਟ ਲੈਂਡ ਨੂੰ ਜਿਹੜਾ ਵਾ ਕ੍ਰੌਪਡ ਲੈਂਡ ਨੂੰ ਮਿਡੋ ਫੋਰੈਸਟ ਬਣਾਉਣ ਦੀ, ਠੀਕ ਆ। ਪ੍ਰੋਡਕਟਿਵਿਟੀ ਘਟਦੀ ਪਈ ਸੀ, ਇਸ ਕਰਕੇ ਕੰਟਰੀ ਨੇ ਕੀ ਕੀਤਾ ਕਿ ਆਪਣੀ 11% ਆਫ ਦਾ ਕ੍ਰੌਪ ਲੈਂਡ ਨੂੰ ਮਿਡੋ ਬਣਾਉਣਾ ਸ਼ੁਰੂ ਕਰਤਾ। ਸੋ ਦੇਖੋ ਜਿਹੜੀ ਉਹ ਪ੍ਰੋਡਕਟਿਵਿਟੀ ਆ ਫਾਰਮਲੈਂਡ ਦੀ ਨੂੰ 20% ਘਟਾ ਦੂਗੀ। ਆਨਸਰ ਹੋ ਸਕਦਾ 1/5 ਆਫ ਇਟਸ ਫਾਰਮਲੈਂਡ ਇਜ਼ ਲੂਜ਼ਿੰਗ ਟੌਪ ਸੋਇਲ। 1/5 ਦਾ ਮਤਲਬ ਕੀ ਹੁੰਦਾ 20% ਹੁੰਦਾ। ਆਨਸਰ ਏ ਹੋ ਫਸਟ ਹੋ ਸਕਦਾ, ਸੋ ਇਹਨੂੰ ਸਰਕਲ ਲਗਾ ਦਿੰਦੇ। ਵਾਸ ਆਲਮੋਸਟ ਐਸ ਸਵੇਅਰ ਇਨ ਇੰਡੀਆ ਐਂਡ ਚਾਈਨਾ। ਇੱਥੇ ਗੱਲ ਕੀਤੀ ਹੈ ਇੰਡੀਆ ਐਂਡ ਚਾਈਨਾ ਇਜ਼ ਵੈਸਟਿੰਗ ਮਚ ਫਾਸਟ, ਇੱਥੇ ਗਿਆ ਐਸ ਸਵੇਅਰ ਐਸ ਇਨ ਇੰਡੀਆ, ਪਰ ਇੱਥੇ ਆ ਇਟ ਇਜ਼ ਫਾਸਟਰ, ਇੱਥੇ ਆ ਸੇਮ, ਉੱਥੇ ਆ ਫਾਸਟਰ। ਸੋ ਆਪਣਾ ਆਨਸਰ ਸੈਕਿੰਡ ਤਾਂ ਨਹੀਂ ਹੈਗਾ। ਵਾਸ ਕਾਜ਼ਿੰਗ ਸਿਗਨੀਫਿਕੈਂਟ ਡੈਮੇਜ ਟੂ 20% ਆਫ ਦਾ ਫਾਰਮਲੈਂਡ, ਇਹ ਡੈਮੇਜ ਕਰ ਰਹੀ 20% ਫਾਰਮਲੈਂਡ ਨਹੀਂ। could be reduced by converting cultivated land to meadow or forest, ਇਹਨੂੰ meadow or forest ਕਨਵਰਟ ਕਰਕੇ ਰਿਡਿਊਸ ਕੀਤਾ ਜਾ ਸਕਦਾ। ਆਨਸਰ ਕੀ ਹੋਊਗਾ ਆਪਣਾ? ਆਪਣਾ ਆਨਸਰ ਵਾ ਡੀ ਹੈ। ਆਨਸਰ 1 ਕਿਉਂ ਨਹੀਂ? ਸੋ ਦੋਨੋਂ ਕੁਐਸਚਨਸ ਨੂੰ ਵੀ ਧਿਆਨ ਨਾਲ ਸਮਝੋ। ਦੇਖੋ ਇੱਕ ਹੁੰਦਾ ਵਾ ਕਿ 20% ਫੋਰੈਸਟਸ ਵਰ ਡਿਸਟਰੋਇਡ, ਤੇ ਇੱਕ ਕੁਐਸਚਨ ਵਾ ਫੋਰੈਸਟ ਵਾਸ destroyed by 20%। ਬਿਲਕੁਲ ਸਹੀ, ਵੈਰੀ ਗੁੱਡ। ਇੱਥੇ 20% ਫਾਰਮਲੈਂਡ ਵਾ, ਇੱਥੇ 20% ਪ੍ਰੋਡਕਟਿਵਿਟੀ ਆ, ਉੱਥੇ ਕਿ 20% ਫਾਰਮਲੈਂਡ ਨੇ ਟੌਪ ਸੋਇਲ ਲੂਜ਼ ਕਰਤੀ। ਇੱਥੇ ਲਿਖਿਆ ਵਾ ਫਾਰਮਲੈਂਡ ਦੀ ਪ੍ਰੋਡਕਟਿਵਿਟੀ 20% ਘਟ ਗਈ, ਸਹੀ ਆ। ਸੋ ਆਨਸਰ ਏ ਤੇ ਹੋ ਹੀ ਨਹੀਂ ਸਕਦਾ, ਆਨਸਰ ਬੀ ਵੀ ਨਹੀਂ ਹੋ ਸਕਦਾ, ਸਹੀ ਹੈ ਨਾ? ਕਲੀਅਰ ਆ, ਸਮਝੇ? ਠੀਕ ਆ। ਤੇ ਆਪਣਾ ਆਨਸਰ ਡੀ ਕਿਉਂ ਆ? ਕਿਉਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਸੀ ਤੇ ਇਹਦੇ ਕਰਕੇ ਉਹਨਾਂ ਨੇ ਫਿਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਿੰਦੇ ਉਹਨਾਂ ਨੇ ਕਨਵਰਟ ਕਰਨਾ ਸ਼ੁਰੂ ਕੀਤਾ ਆਪਣੀ ਕ੍ਰੌਪ ਨੂੰ ਮਿਡੋ ਦੇ ਵਿੱਚ, ਸਹੀ ਆ। ਇਹਨੂੰ ਓਵਰਕਮ ਕਰਨ ਦੇ ਲਈ ਇਹਨਾਂ ਨੇ ਆ ਚੀਜ਼ ਕਰਨੀ ਸ਼ੁਰੂ ਕੀਤੀ ਤੇ ਆਪਣਾ ਆਨਸਰ ਕੀ ਹੋ ਜਾਊਗਾ? ਡੀ ਹੋ ਜਾਊਗਾ, ਠੀਕ ਆ। ਜਿਹੜੇ ਕੁਐਸਚਨਸ ਆ ਉਹੀ ਗੱਲ ਆ, ਉਹ ਤੁਹਾਨੂੰ ਜਾਣ ਕੇ 20% ਆਫ ਦਾ ਜਾਣ ਕੇ ਉਹਨਾਂ ਨੇ ਸਾਫ਼-ਸਾਫ਼ ਦੇ ਦਿੱਤਾ ਤੇ ਜਿਹੜਾ ਆਨਸਰ ਵਾ ਉਹਨੂੰ ਘੁਮਾ ਕੇ ਦਿੱਤਾ ਤਾਂ ਕਿ ਤੁਸੀਂ 20% ਵਾਲਾ ਆਨਸਰ ਲਗਾਓ ਤੇ ਡੀ ਨਾ ਲਗਾਓ। ਜਿਹੜੇ ਡਿਫਿਕਲਟ ਕੁਐਸਚਨ ਹੁੰਦੇ ਉਹ ਇਸ ਤਰ੍ਹਾਂ ਕਰਦੇ, ਇਸ ਕਰਕੇ ਆਪਾਂ ਨੂੰ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਕਿ ਉਹ ਕਹਿ ਕੀ ਰਹੇ। ਸਮਝ ਆਈ ਹੈ? ਇੱਕ ਕੁਐਸਚਨ ਕਰਕੇ ਵੇਖੀਏ ਹੋਰ। ਕਹਿੰਦੇ ਮਿਡ 1980s ਦੇ ਵਿੱਚ ਜਿਹੜੇ ਫਾਰਮਰਸ ਸੀ, ਹੁਣ ਮਿਡ 1980s ਕੀ ਹੋ ਗਿਆ? ਮਿਡ 1980 ਹੋ ਗਿਆ 1985, ਮਿਡ ਆ ਗਿਆ ਨਾ। ਸੋ ਆਪਾਂ ਵੇਖੀਏ 1985 ਕਿੱਥੇ ਲਿਖਿਆ ਵਾ? ਸੋ ਇੱਥੇ ਵੀ 84 ਲਿਖਿਆ ਵਾ, ਇੱਥੇ ਵੀ 85 ਲਿਖਿਆ ਵਾ, ਦੋਨੋਂ ਹੋ ਸਕਦੇ, ਠੀਕ ਆ। ਤੇ ਆਪਾਂ ਵੇਖਣਾ ਵਾ ਡੈਨਮਾਰਕ ਦੇ ਫਾਰਮਰ। ਸੋ ਪੜ੍ਹਨਾ ਸ਼ੁਰੂ ਕਰੀਏ, ਠੀਕ ਆ। ਸੋ ਥੋੜਾ ਪਿੱਛੋਂ ਹੀ ਪੜ੍ਹ ਲੈਂਦੇ ਆ। ਟੂ ਇਨਕਰੀਜ਼ ਦ ਆਊਟਪੁੱਟ ਆਫ ਕ੍ਰੌਪਸ ਪਰ ਏਕਰ a farmer's easiest option was to use more of the most readily available fertilizers, ਠੀਕ ਆ। ਕਹਿੰਦੇ ਕਿ ਕ੍ਰੌਪ ਦੀ ਖਪਤ ਵਧਾਉਣ ਲਈ, ਕ੍ਰੌਪ ਦੀ ਪ੍ਰੋਡਕਸ਼ਨ ਵਧਾਉਣ ਲਈ ਫਰਟੀਲਾਈਜ਼ਰ ਯੂਜ਼ ਕਰਨੇ। ਫਰਟੀਲਾਈਜ਼ਰਸ ਯੂਜ਼ ਡਬਲਡ ਇਨ ਦ ਪੀਰੀਅਡ ਆਫ 1960 to 85। ਫਰਟੀਲਾਈਜ਼ਰ ਦਾ ਯੂਜ਼ ਜਿਹੜਾ ਡਬਲ ਹੋ ਗਿਆ।
ਤੇ ਨੈਦਰਲੈਂਡ ਦੇ ਵਿੱਚ ਇਹ 150% ਹੋ ਗਿਆ, 150% ਹੋ ਗਿਆ। ਕਲੀਅਰ ਆ? The quantity of pesticides applied has risen to by 69% in Denmark। ਠੀਕ ਆ, ਕਹਿੰਦੇ ਪੈਸਟੀਸਾਈਡ ਦੀ ਕੁਆਂਟੀਟੀ ਵੱਧ ਗਈ ਹੈ। ਠੀਕ ਆ, 69% ਇੰਕਰੀਜ਼ ਹੋਈ ਆਗਲੇ ਸਾਲ ਤੋਂ ਲੈ ਕੇ ਆਗਲੇ ਸਾਲ ਤੱਕ। ਸੋ ਡੈਨਮਾਰਕ ਦੇ ਵਿੱਚ ਫਰਟੀਲਾਈਜ਼ਰ ਡਬਲ ਹੋ ਗਏ ਤੇ ਪੈਸਟੀਸਾਈਡ 69% ਇੰਪਰੂਵ ਹੋਏ। ਆਪਾਂ ਪੜ੍ਹਦੇ ਹਾਂ ਫਾਰਮਰਸ ਇਨ ਡੈਨਮਾਰਕ used 50% less fertilizer than Dutch farmers। ਕਿਤੇ ਵੀ ਡੱਚ ਫਾਰਮਰਸ ਵਗੈਰਾ ਦੀ ਗੱਲ ਕੀਤੀ ਇਹਨਾਂ ਨੇ? ਸੋ ਆਨਸਰ ਇਹ ਤਰੀ used twice as much fertilizer as they had in 1960। ਹੋ ਸਕਦਾ twice as much double ਹੁੰਦਾ ਵਾ ਤੇ 1960 ਦੀ ਗੱਲ ਵੀ ਕੀਤੀ ਆਪਣੇ ਕੋਲ। applied fertilizer much more frequently। frequently मतलब ਜ਼ਿਆਦਾ ਵਾਰ, ਜਿਵੇਂ ਇੱਕ ਦਿਨ ਚ ਇੱਕ ਵਾਰ ਦੀਗਾ, ਦਿਨ ਚ ਦੋ ਵਾਰ। ਸੋ ਆਨਸਰ ਹੈਗਾ ਵਾ ਸੀ। ਹੋ ਸਕਦਾ ਨਹੀਂ ਹੋ ਸਕਦਾ ਨਾ, ਫ੍ਰੀਕੁਐਂਸੀ ਦੀ ਗੱਲ ਤੇ ਕੀਤੀ ਨਹੀਂ, ਸਿਰਫ ਅਮਾਉਂਟ ਦੀ ਗੱਲ ਕੀਤੀ। ਤੇ ਲਾਸਟ ਮੋਰ ਦੈਨ ਡਬਲ ਦ ਅਮਾਉਂਟ ਆਫ ਪੈਸਟੀਸਾਈਡ ਦੇ ਯੂਜ਼ ਇਨ 3 ਇਅਰਸ। ਪਹਿਲਾਂ ਤੇ 3 ਇਅਰਸ ਨਹੀਂ ਹੈਗਾ, ਉਹ ਤੋਂ ਪੈਸਟੀਸਾਈਡ ਡਬਲ ਨਹੀਂ ਹੈ, ਪੈਸਟੀਸਾਈਡ ਕੀ ਹੈ 69% ਵਧਿਆ। ਤੇ ਆਨਸਰ ਕੀ ਹੋ ਗਿਆ ਆਪਣਾ? ਜੀ ਹੋ ਗਿਆ। ਸੋ ਸਿੰਪਲ ਜੀ ਟ੍ਰਿਕ ਕੀ ਹੈ ਐਮਸੀਕਿਊਜ਼ ਨੂੰ ਕਰਨ ਦੀ ਕਿ ਆਪਾਂ ਸਹੀ ਆਨਸਰ ਨਹੀਂ ਲੱਭਣਾ, ਆਪਾਂ ਗਲਤ ਆਨਸਰ ਲੱਭਣਾ। ਕਰੋਗੇ ਨੈਕਸਟ ਤੁਸੀਂ ਕਰਨਾ ਜੀ। ਹੁਣ ਕੁਐਸਚਨ ਦੇਖੋ ਕੀ ਹੈ, which of the following increased in New Zealand after 1984। 1984 ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਕਿਹੜੀ ਚੀਜ਼ ਵਧੀ? ਕਲੀਅਰ ਆ? ਫਾਈਨ। ਸੋ ਆ ਰਿਹਾ 1984, ਤੁਸੀਂ ਪੜ੍ਹ ਕੇ ਮੈਨੂੰ ਦੱਸਣਾ ਵਾ ਕਿ ਕਿਹੜੀ ਚੀਜ਼ ਵਧੀ। ਆਪਾਂ ਵਰਡ ਲੱਭਦੇ ਪਏ ਵਧਿਆ। ਵੇਖੋ, a study in the environmental effects conducted in 1993 found that the end of fertilizers ਵਧਿਆ ਤਾਂ ਨਹੀਂ ਹੈ, had been followed by fall in fertilizer। ठीक है, fall in compounded, decline by what prices, cut farm incomes, farm की हो गया, कट हो गया। the removal of subsidies, ठीक है, stopped land clearing, ਆਪਾਂ ਕੀ ਲੱਭਣ ਨੇ? increase। ਇਹ ਸਭ ਕੁਝ ਕੀ ਹੋ ਰਿਹਾ ਵਾ? decrease ਹੋ ਰਿਹਾ ਵਾ। in the past had been principal cause of erosion, farms began to diversify। farms diverse ਹੋਣ ਲੱਗ ਪਏ ਤੇ ਵਧਿਆ ਕੀ ਹੋਊਗਾ ਫਿਰ? ਓਵਰ ਸਟਾਕਿੰਗ ਵੀ ਕੀ ਹੋ ਗਈ ਆ? ਸਟਾਪ ਹੋ ਗਈ ਹੈ, ਡਿਕਰੀਜ਼ ਹੋ ਗਈ ਆ। ਫਰਟੀਲਾਈਜ਼ਰ ਦਾ ਇਸਤੇਮਾਲ ਵੀ ਫਾਲ ਲਿਖਤਾ ਉਹਨਾਂ ਨੇ। ਫਾਰਮ ਇਨਕਮਸ ਕੀ ਹੋ ਗਈਆਂ? ਕੱਟ ਹੋ ਗਈਆਂ। ਲਿਖੇ ਸਾਰੇ ਆ ਪਰ ਇੰਕਰੀਜ਼ ਕਿਸੇ ਨਾਲ ਨਹੀਂ ਲਿਖਿਆ, ਸਾਰਿਆਂ ਦੇ ਨਾਲ ਡਿਕਰੀਜ਼, ਕੱਟ, ਸਟਾਪ ਲਿਖਿਆ। ਤੇ ਜਿੰਦੇ ਨਾਲ ਆਨਸਰ ਆਣਾ ਉਹਦੇ ਨਾਲ ਕੁਝ ਨਹੀਂ ਲਿਖਿਆ, ਸਿੱਧਾ ਲਿਖਿਆ ਫਾਰਮਸ ਸ਼ੁਰੂ ਹੋ ਗਏ ਡਾਈਵਰਸਿਫਾਈ ਹੋਣਾ। ਤੇ ਡਾਈਵਰਸਿਫਿਕੇਸ਼ਨ ਕੀ ਹੋ ਗਈ ਫਿਰ? ਇੰਕਰੀਜ਼ ਹੋ ਗਈ। ਤੇ ਵੇਖੋ ਆਨਸਰ ਜਿਹੜਾ ਆਪਣਾ ਹੈਗਾ ਨਾ ਉਹਨੂੰ ਲਗਾ ਕੇ ਨਹੀਂ ਜੇ ਸੈਂਟੈਂਸ ਲਿਖਿਆ ਫੂਫੂ ਜੇ, ਜਿਹੜਾ ਬਾਕੀ ਸਾਰੇ ਐ ਮਤਲਬ ਸਾਹਮਣੇ ਵੱਡੇ ਵੱਡੇ ਕਰਕੇ ਲਿਖੇ। ਕਲੀਅਰ ਆ? ਸੋ ਤੁਸੀਂ ਧਿਆਨ ਨਾਲ ਕੁਐਸਚਨ ਨੂੰ ਪੜ੍ਹਨਾ ਕਿ ਮੈਂ ਲੱਭਣਾ ਕੀ ਹੈ। ਜੇ ਤੁਸੀਂ ਕੁਐਸਚਨ ਨੂੰ ਪੜ੍ਹ ਕੇ ਸਮਝ ਪਾਓ ਕਿ ਮੈਂ ਕੀ ਲੱਭਣਾ ਚਾਹੁੰਦਾ ਹਾਂ, ਇਹਨਾਂ ਨੂੰ ਪੜ੍ਹਨ ਜਾਓਗੇ ਤੇ ਹਮੇਸ਼ਾ ਕਨਫਿਊਜ਼ ਹੋਗੇ। ਜੇ ਤੁਸੀਂ ਪਹਿਲਾਂ ਪੜ੍ਹ ਲਿਆ ਫਾਰਮ ਇਨਕਮ, ਯੂਜ਼ ਆਫ ਫਰਟੀਲਾਈਜ਼ਰਸ, ਓਵਰ ਸਟਾਕਿੰਗ, ਤੇ ਤੁਹਾਡਾ ਧਿਆਨ ਇਹਨਾਂ ਵਰਡਸ ਉੱਤੇ ਹੀ ਹੁੰਦਾ, ਫਿਰ ਧਿਆਨ ਇੰਕਰੀਜ਼ ਉੱਤੇ ਨਹੀਂ ਹੁੰਦਾ ਤੇ ਕਨਫਿਊਜ਼ ਹੁੰਦੇ ਨਾ ਹਮੇਸ਼ਾ, ਕਿਉਂਕਿ ਸਾਰਿਆਂ ਦੀ ਗੱਲ ਆ ਗਈ। ਫਿਰ ਤੁਸੀਂ ਲੱਭਣ ਲੱਗ ਪਏ ਫਾਰਮ ਇਨਕਮ ਦੀ ਗੱਲ ਵੀ ਕਰਤੀ ਹੈ, ਇਹਦੀ ਗੱਲ ਵੀ ਕਰਤੀ ਹੈ, ਆਨਸਰ ਕੀ ਹੋਊਗਾ? ਤੁਹਾਡਾ ਧਿਆਨ ਹੈ ਹੀ ਨਹੀਂ ਕਿ ਮੈਂ ਇਹੀ ਲੱਭਣਾ ਬਸ ਕਿ ਨਿਊਜ਼ੀਲੈਂਡ 'ਚ ਵਧਿਆ ਕੀ। ਮੈਨੂੰ ਕੁਝ ਫਰਕ ਨਹੀਂ ਪੈਂਦਾ, ਮੈਂ ਬਸ ਇਹਨਾਂ ਦੇਖਾਂ ਨਿਊਜ਼ੀਲੈਂਡ ਦੇ ਵਿੱਚ 1984 ਤੋਂ ਬਾਅਦ ਕੀ ਵਧਿਆ। ਠੀਕ ਹੈ, ਤੇ ਜਿਹੜੀ ਚੀਜ਼ ਵਧੀ ਹੋਊਗੀ ਨਿਊਜ਼ੀਲੈਂਡ ਦੇ ਵਿੱਚ ਮੈਂ ਉਹ ਆਨਸਰ ਲਗਾ ਦੂੰ। ਓਕੇ, ਕੋਈ ਕਨਫਿਊਜ਼ਨ